ਹੈਲੋ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ। ਅੱਜ ਅਸੀਂ ਰੂਸੋ ਦੇ ਜੀਵਨ ਚਰਿੱਤਰ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ। ਰੂਸੋ ਦਾ ਪੂਰਾ ਨਾਮ ਜੀਨ ਜੈਕਸ ਰੂਸੋ ਹੈ। ਪ੍ਰਕਿਰਤੀਵਾਦ ਦੀ ਸਰਵ-ਉੱਤਮ ਉਦਾਹਰਣ ਜੇਕਰ ਦੇਖਣੀ ਹੋਵੇ ਤਾਂ ਇਹ ਸਾਨੂੰ ਰੂਸੋ ਦੇ ਸਿੱਖਿਆ ਦਰਸ਼ਨ ਵਿੱਚੋਂ ਮਿਲਦੀ ਹੈ। ਰੂਸੋ ਦੇ ਜਨਮ ਸਮੇਂ ਕਠੋਰ ਆਦਰਸ਼ਵਾਦ ਦਾ ਬਹੁਤ ਜ਼ਿਆਦਾ ਬੋਲਬਾਲਾ ਸੀ। ਲੋਕ ਸ਼ੁੱਧ ਕਰਮਾਂ ਨੂੰ ਛੱਡ ਕੇ ਫੋਕੇ ਰੀਤੀ ਰਿਵਾਜਾਂ, ਪਾਖੰਡਾਂ, ਪਰੰਪਰਾਵਾਂ, ਵਹਿਮਾਂ ਭਰਮਾਂ ਆਦਿ ਵਿੱਚ ਉਲਝੇ ਹੋਏ ਸਨ। ਅਜਿਹੇ ਸਮੇਂ ਵਿੱਚ ਪ੍ਰਕਿਰਤੀਵਾਦ ਦੇ ਮਸੀਹਾ ਨੇ ਇਸ ਧਰਤੀ ਉੱਪਰ ਇਟਲੀ ਦੇ ਜਨੇਵਾ ਨਗਰ ਵਿੱਚ 1712 ਈਸਵੀ ਵਿੱਚ ਇੱਕ ਛੋਟੇ ਜਿਹੇ ਗਰੀਬ ਪਰਿਵਾਰ ਵਿੱਚ ਜਨਮ ਲਿਆ। ਉਹਨਾਂ ਦੇ ਜਨਮ ਸਮੇਂ ਹੀ ਉਹਨਾਂ ਦੀ ਮਾਂ ਦਾ ਦੇਹਾਂਤ ਹੋ ਗਿਆ। ਇਸ ਕਾਰਨ ਉਹਨਾਂ ਦੀ ਚਾਚੀ ਨੇ ਉਹਨਾਂ ਦੀ ਦੇਖਭਾਲ ਕੀਤੀ, ਪਰ ਇਹ ਪਾਲਣ ਪੋਸ਼ਣ ਪੂਰਨ ਲਾਭਕਾਰੀ ਭਰਪੂਰ ਸੀ। ਇਸ ਕਾਰਨ ਉਹ ਬਚਪਨ ਤੋਂ ਹੀ ਅਵਾਰਾ ਹੋ ਗਿਆ। ਰੂਸੋ ਦੇ ਪਿਤਾ ਜੀ ਇੱਕ ਘੜੀਸਾਈ ਦਾ ਕੰਮ ਕਰਦੇ ਸਨ, ਜਿਸ ਕਾਰਨ ਉਹ ਆਪਣੇ ਪੁੱਤਰ ਵੱਲ ਕੋਈ ਖਾਸ ਧਿਆਨ ਨਹੀਂ ਦਿੰਦੇ ਸਨ। ਲਗਭਗ 4 ਸਾਲ ਦੀ ਉਮਰ ਵਿੱਚ ਉਸਨੂੰ ਸਕੂਲ ਵਿੱਚ ਪੜ੍ਹਨ ਲਈ ਭੇਜਿਆ ਗਿਆ। ਸਕੂਲ ਵਿੱਚ ਉਸ ਦੀਆਂ ਸ਼ਰਾਰਤਾਂ ਕਾਰਨ ਅਕਸਰ ਉਸਨੂੰ ਮਾਰ ਪੈਂਦੀ ਸੀ, ਪਰ ਮਾਰ ਖਾਣ ਦੇ ਹੀ ਇਸ ਡਰ ਕਾਰਨ ਉਹ ਸਕੂਲ ਨਹੀਂ ਸੀ ਜਾਂਦਾ, ਪਰ ਉਸਨੂੰ ਪੜ੍ਹਨ ਦਾ ਬਹੁਤ ਸ਼ੌਂਕ ਸੀ। 6 ਸਾਲ ਦੀ ਉਮਰ ਵਿੱਚ ਹੀ ਉਸਨੇ ਸਾਹਿਤ, ਧਰਮ ਤੇ ਇਤਿਹਾਸ ਸੰਬੰਧੀ ਅਨੇਕਾਂ ਪੁਸਤਕਾਂ ਦਾ ਅਧਿਐਨ ਕਰ ਲਿਆ, ਜਿਸ ਦਾ ਉਸਦੇ ਮਨ ਉੱਪਰ ਡੂੰਘਾ ਪ੍ਰਭਾਵ ਪਿਆ। ਸਕੂਲ ਦਾ ਵਾਤਾਵਰਣ ਉਸਦੇ ਅਨੁਕੂਲ ਨਾ ਹੋਣ ਕਰਕੇ ਉਹ ਸਕੂਲੀ ਸਿੱਖਿਆ ਨੂੰ ਵਿਅਰਥ ਦੀ ਸਿੱਖਿਆ ਮੰਨਣ ਲੱਗ ਪਿਆ। 21 ਸਾਲ ਦੀ ਉਮਰ ਤੱਕ ਉਸਦਾ ਜੀਵਨ ਇਸੇ ਤਰ੍ਹਾਂ ਅਨਿਸ਼ਚਿਤ ਰੂਪ ਵਿੱਚ ਅੱਗੇ ਚੱਲਦਾ ਰਿਹਾ। ਇਸ ਤੋਂ ਬਾਅਦ ਉਸਨੂੰ ਇੱਕ ਝੂਠੇ ਕੇਸ ਵਿੱਚ ਕਠੋਰ ਦੰਡ ਭੁਗਤਣਾ ਪਿਆ, ਜਿਸ ਕਾਰਨ ਉਸਦੇ ਹਿਰਦੇ ਉੱਪਰ ਬਹੁਤ ਹੀ ਡੂੰਘੀ ਸੱਟ ਵੱਜੀ। ਇਹਨਾਂ ਸਭ ਗੱਲਾਂ ਤੋਂ ਉਹ ਇਸ ਨਤੀਜੇ ਤੇ ਪੁੱਜਿਆ ਕਿ ਜਦੋਂ ਵਿਅਕਤੀ ਨੂੰ ਸਮਾਜਿਕ ਨਿਯਮਾਂ, ਬਾਹਰੀ ਆਡੰਬਰਾਂ, ਉਪਦੇਸ਼ਾਂ, ਦੰਡ ਦੇ ਰਾਹੀਂ ਪ੍ਰਕਿਰਤੀ ਤੋਂ ਦੂਰ ਰੱਖਿਆ ਜਾਂਦਾ ਹੈ, ਉਸ ਸਮੇਂ ਤੋਂ ਹੀ ਉਸਦੇ ਮਨ ਵਿੱਚ ਵਿਕਾਰ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ, ਜਿਸ ਕਾਰਨ ਉਸ ਵਿਚਲੀ ਸੁਭਾਵਿਕਤਾ ਨਸ਼ਟ ਹੋ ਜਾਂਦੀ ਹੈ। ਜੇਲ੍ਹ ਵਿੱਚੋਂ ਛੁੱਟਣ ਤੋਂ ਬਾਅਦ ਰੂਸੋ ਨੇ 4 ਸਾਲ ਤੱਕ ਸ਼ਿਲਪਕਾਰ ਦੇ ਕੋਲ ਕੰਮ ਸਿੱਖਿਆ, ਪਰ ਉਸਦੀ ਕਠੋਰਤਾ ਤੋਂ ਉੱਭ ਕੇ ਛੇਤੀ ਹੀ ਉਸਨੇ ਇਹ ਕੰਮ ਛੱਡ ਦਿੱਤਾ। 25 ਸਾਲ ਦੀ ਉਮਰ ਵਿੱਚ ਰੂਸੋ ਫਿਰ ਤੋਂ ਸਾਹਿਤ ਦੀ ਦਿਸ਼ਾ ਵੱਲ ਮੁੜ ਆਇਆ ਅਤੇ ਉਸਨੇ ਅਧਿਐਨ ਕਰਨਾ ਆਰੰਭ ਕਰ ਦਿੱਤਾ। ਅਨੇਕਾਂ ਲੇਖਕਾਂ ਦੇ ਸੰਪਰਕ ਵਿੱਚ ਆਉਣ ਨਾਲ ਰੂਸੋ ਨੇ ਲਿਖਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਉਸਨੇ ਹੌਲੀ-ਹੌਲੀ ਆਪਣੇ ਵਿਚਾਰਾਂ ਨੂੰ ਕ੍ਰਮਬੱਧ ਰੂਪ ਦੇਣਾ ਸ਼ੁਰੂ ਕਰ ਦਿੱਤਾ। ਇਸ ਸਮੇਂ ਫਰਾਂਸ ਵਿੱਚ ਲੂਈ 15ਵੇਂ ਦਾ ਸ਼ਾਸਨ ਸੀ। ਉਸਦੇ ਸ਼ਾਸਨ ਕਾਲ ਵਿੱਚ ਹੀ ਗਰੀਬ ਤੇ ਛੋਟੀ ਜਾਤੀ ਦੇ ਲੋਕਾਂ ਨਾਲ ਬਹੁਤ ਜ਼ਿਆਦਾ ਸ਼ੋਸ਼ਣ ਹੁੰਦਾ ਸੀ। ਚਾਰੇ ਪਾਸੇ ਜਨਤਾ ਦੁਖੀ ਤੇ ਅਤਿਆਚਾਰਾਂ ਤੋਂ ਪੀੜਿਤ ਸੀ ਅਤੇ ਉਹਨਾਂ ਦੇ ਇਹਨਾਂ ਦੁੱਖਾਂ ਸਮੱਸਿਆਵਾਂ ਦਾ ਕੋਈ ਇਲਾਜ ਨਹੀਂ ਦਿਖ ਰਿਹਾ ਸੀ। ਰੂਸੋ ਨੇ ਇਸ ਪੀੜਿਤ ਜਨਤਾ ਦੇ ਪ੍ਰਤੀ ਹਮਦਰਦੀ ਦਿਖਾਈ ਅਤੇ ਆਪਣੀਆਂ ਰਚਨਾਵਾਂ ਰਾਹੀਂ ਇਹਨਾਂ ਉੱਤੇ ਹੋ ਰਹੇ ਸ਼ੋਸ਼ਣ ਦਾ ਜ਼ਬਰਦਸਤ ਵਿਰੋਧ ਕੀਤਾ। ਸਮਾਜ ਵਿੱਚ ਇੰਨੀਆਂ ਜ਼ਿਆਦਾ ਬੁਰਾਈਆਂ ਨੂੰ ਦੇਖ ਕੇ ਉਸਨੂੰ ਸਮਾਜ ਨਾਲ ਨਫ਼ਰਤ ਹੋਣੀ ਸ਼ੁਰੂ ਹੋ ਗਈ। ਉਸਦੇ ਅਨੁਸਾਰ ਹਰੇਕ ਵਸਤੂ, ਜਿਵੇਂ ਕਿ ਉਹ ਪ੍ਰਕਿਰਤੀ ਦੇ ਰਚਨਹਾਰ ਦੇ ਹੱਥ ਵਿੱਚ ਆਉਂਦੀ ਹੈ, ਉਹ ਚੰਗੀ ਹੁੰਦੀ ਹੈ, ਪਰੰਤੂ ਜਿਵੇਂ ਹੀ ਉਹ ਮਨੁੱਖ ਦੇ ਹੱਥਾਂ ਵਿੱਚ ਆਉਂਦੀ ਹੈ, ਉਹ ਪੀੜਤ ਹੋ ਜਾਂਦੀ ਹੈ। Everything is good as it comes from hands of author of nature, but everything degenerates in the hands of man। ਇਸ ਵਾਕ ਤੋਂ ਰੂਸੋ ਦੀ ਸਮਾਜ ਪ੍ਰਤੀ ਵਿਰੋਧਤਾ ਤੇ ਪ੍ਰਕਿਰਤੀ ਪ੍ਰਤੀ ਪ੍ਰੇਮ ਦੀ ਝਲਕ ਸਾਫ਼ ਦਿਖਾਈ ਦਿੰਦੀ ਹੈ। ਇਸ ਤਰ੍ਹਾਂ ਉਹ ਅਜਿਹੇ ਮਾੜੇ ਸਮਾਜ ਦਾ ਬਦਲਾਅ ਚਾਹੁੰਦਾ ਸੀ। ਇਸ ਲਈ ਕੁਝ ਵਿਦਵਾਨ ਰੂਸੋ ਨੂੰ ਸਮਾਜ ਸੁਧਾਰਕ ਦਾ ਨਾਮ ਵੀ ਦਿੰਦੇ ਹਨ। ਲਗਭਗ 38 ਸਾਲ ਦੀ ਉਮਰ ਵਿੱਚ 1750 ਈਸਵੀ ਵਿੱਚ ਰੂਸੋ ਦੀਆਂ ਰਚਨਾਵਾਂ ਛਪਣ ਲੱਗ ਪਈਆਂ। ਇਹਨਾਂ ਰਚਨਾਵਾਂ ਵਿੱਚੋਂ ਉਸਦੀਆਂ ਕੁਝ ਰਚਨਾਵਾਂ ਬਹੁਤ ਜ਼ਿਆਦਾ ਪ੍ਰਸਿੱਧ ਹੋਈਆਂ। ਉਸਦੀਆਂ ਪ੍ਰਮੁੱਖ ਰਚਨਾਵਾਂ ਹਨ The Progress of Arts and Science, The Origin of Inequality Among Men, The New Helsize, Social Contract and Emile। ਉਪਰੋਕਤ ਪਹਿਲੀਆਂ 2 ਕਿਤਾਬਾਂ ਰਾਹੀਂ ਰੂਸੋ ਨੇ ਪ੍ਰਕਿਰਤਿਕ ਜੀਵਨ ਦੀ ਸ਼੍ਰੇਸ਼ਟਤਾ ਉੱਪਰ ਜ਼ੋਰ ਦਿੱਤਾ ਹੈ। ਰੂਸੋ ਦੀ ਸਭ ਤੋਂ ਮਹੱਤਵਪੂਰਨ ਰਚਨਾ ਸੋਸ਼ਲ ਕੰਟਰੈਕਟ ਐਂਡ ਮਾਈਲ ਸੀ, ਜਿਸ ਅਧੀਨ ਰੂਸੋ ਨੇ ਤਤਕਾਲੀਨ ਸਮੇਂ ਦੇ ਸਮਾਜ ਦੇ ਰਾਜਨੀਤਿਕ ਅਵਸਥਾ ਨੂੰ ਚਿਤਰਾਤਮਿਕ ਰੂਪ ਪ੍ਰਦਾਨ ਕੀਤਾ ਹੈ। ਰੂਸੋ ਦਾ ਮੰਨਣਾ ਹੈ ਕਿ ਧਰਮ ਹਰੇਕ ਵਿਅਕਤੀ ਦਾ ਨਿੱਜੀ ਮਾਮਲਾ ਹੈ। ਉਸਨੂੰ ਕਿਸੇ ਸੰਸਥਾ ਜਾਂ ਸ਼ਾਸਕ ਵਰਗ ਰਾਹੀਂ ਮਨੁੱਖ ਉੱਪਰ ਥੋਪਿਆ ਨਹੀਂ ਜਾਣਾ ਚਾਹੀਦਾ। ਉਸਨੂੰ ਇਸ ਸੰਬੰਧੀ ਪੂਰਨ ਖੁੱਲ੍ਹ ਪ੍ਰਦਾਨ ਕਰਨੀ ਚਾਹੀਦੀ ਹੈ। ਰੂਸੋ ਦਾ ਮੰਨਣਾ ਹੈ ਕਿ ਚੰਗਿਆਈ ਹਰੇਕ ਮਨੁੱਖ ਵਿੱਚ ਮੌਜੂਦ ਇੱਕ ਮੌਲਿਕ ਗੁਣ ਹੈ, ਜਦਕਿ ਬੁਰਾਈ ਅਰਜਿਤ ਕੀਤੀ ਜਾਂਦੀ ਹੈ। ਉਸਨੇ ਇਹ ਕਿਹਾ ਹੈ, ਹਰੇਕ ਚੀਜ਼ ਚੰਗੀ ਹੁੰਦੀ ਹੈ ਜਦੋਂ ਉਹ ਪ੍ਰਕਿਰਤੀ ਦੇ ਹੱਥਾਂ ਵਿੱਚ ਹੁੰਦੀ ਹੈ। ਉਸਦਾ ਨਾਲ ਹੀ ਇਹ ਵੀ ਮੰਨਣਾ ਹੈ ਕਿ ਸਦਾਚਾਰ, ਵਿਵੇਕ, ਉਚਿਤ ਅਣਉਚਿਤ ਵਿੱਚ ਵਾਧਾ, ਨਿਆਂਪ੍ਰਿਯਤਾ, ਸ਼ਰਧਾ, ਦਇਆ, ਹਮਦਰਦੀ ਆਦਿ ਆਤਮਾ ਦੇ ਮੌਲਿਕ ਗੁਣ ਹਨ। ਇਸ ਲਈ ਰੂਸੋ ਦੇ ਸਾਹਮਣੇ ਪ੍ਰਮੁੱਖ ਸਮੱਸਿਆ ਇਹ ਨਹੀਂ ਹੈ ਕਿ ਮਨੁੱਖ ਵਿੱਚ ਬਾਹਰ ਤੋਂ ਚੰਗਿਆਈ ਭਰੀ ਜਾਵੇ, ਬਲਕਿ ਸਮੱਸਿਆ ਇਹ ਹੈ ਕਿ ਕਿਸ ਤਰ੍ਹਾਂ ਮਨੁੱਖ ਦੀ ਸਮਾਜ ਦੀਆਂ ਬੁਰਾਈਆਂ ਤੋਂ ਰੱਖਿਆ ਕੀਤੀ ਜਾਵੇ। ਅੰਤ ਆਪਣੇ ਇਹਨਾਂ ਵਿਚਾਰਾਂ ਦਾ ਫੈਲਾਅ ਕਰਦੇ ਹੋਏ ਹੀ 1778 ਈਸਵੀ ਵਿੱਚ ਉਹ ਸਾਨੂੰ ਸਦਾ ਲਈ ਛੱਡ ਕੇ ਪਰਮਾਤਮਾ ਦੀ ਗੋਦ ਵਿੱਚ ਚਲੇ ਗਏ।